ਇਹ ਵੀ ਲੱਗਦਾ ਵੀ ਜੇ ਉਹ ਪੇਮੈਂਟਾਂ ਮੁੜ ਸਕਦੀਆਂ ਫਿਰ ਇਹ ਕਾਨੂੰਨ ਵੀ ਮੁੜ ਸਕਦੇ। ਬਿਲਕੁਲ ਜੀ, ਇਹੀ ਸੋਚ ਕੇ ਆਏ ਹੋਏ ਆ ਵੀ ਅਸੀਂ ਕਰਵਾ ਕੇ ਜਾਵਾਂਗੇ, ਚਾਹੇ ਕੁਝ ਹੋ ਜੇ। ਮੋਦੀ ਸਰਕਾਰ ਨੂੰ ਦੱਸ ਕੇ ਜਾਵਾਂਗੇ ਵੀ ਜੇ ਤੂੰ ਸਾਡੇ ਨਾਲ ਧੱਕਾ ਕਰਾਂਗੇ ਅਸੀਂ ਸਹਿੰਦੇ ਨਹੀਂ, ਚਾਹੇ ਕੁਝ ਵੀ ਹੋ ਜੇ, ਚਾਹੇ ਤੂੰ ਗੋਲੀਆਂ ਮਾਰ ਲਾ, ਉਹਦੀ ਇੱਛਾ। ਮੈਨੂੰ ਜਦੋਂ ਤੁਸੀਂ ਗੱਲਾਂ ਵਗੈਰਾ ਕਰ ਰਹੇ ਸੀਗੇ ਤਾਂ ਮੇਰੇ ਇੱਕ ਕਲਪਨਾ ਨਹੀਂ ਆਪਾਂ ਕੋਈ ਕਰ ਲੈਂਦੇ ਭਾਜੀ, ਤਾਂ ਉਹ ਕਲਪਨਾ ਮੇਰੇ ਦਿਮਾਗ ਦੇ ਵਿੱਚ ਐਵੇਂ ਹੋਈ ਵੀ ਜਿਵੇਂ ਇੱਕ ਬਰਾਤ ਢੁੱਕੀ ਹੋਈ ਹੈ ਤੇ ਰਿਸ਼ਤੇਦਾਰ ਜਿਹੜੇ ਆਪਸ ਦੇ ਵਿੱਚ ਬੈਠੇ ਆ ਉਹ ਇੱਕ ਦੂਜੇ ਦੇ ਨਾਲ ਗੱਲਾਂ ਕਰ ਰਹੇ ਨੇ, ਉਹੋ ਜਿਹਾ ਮਾਹੌਲ ਲੱਗਿਆ। ਬਿਲਕੁਲ ਉਹੀ ਹੋ ਰਿਹਾ ਜੀ। ਹੁਣ ਹੋਰ ਕਰੀਏ ਕੀ? ਰੋਣਾ ਤਾਂ ਰੋ ਤਾਂ ਅਸੀਂ ਸਕਦੇ ਨਹੀਂ ਹੈ, ਲੜ ਕੇ ਮਰਾਂਗੇ। ਕਾਨੂੰਨ ਲੈ ਕੇ ਆਉਂਦੇ ਨੇ, ਕਿਹਾ ਜਾ ਰਿਹਾ ਵੀ ਜ਼ਮੀਨਾਂ ਸਾਡੇ ਕੋਲ ਨਹੀਂ ਰਹਿਣੀਆਂ, ਹਾਲਾਂਕਿ ਜਿਹੜੀ ਸਰਕਾਰ ਆ ਉਹ ਲਗਾਤਾਰ ਕਹਿ ਰਹੀ ਹੈ ਵੀ ਇਹ ਤਾਂ ਗੁੰਮਰਾਹ ਕੀਤੇ ਜਾ ਰਹੇ ਨੇ ਕਿਸਾਨ, ਵੀ ਸਾਰਾ ਕੁਝ ਉਵੇਂ ਹੀ ਰਹੂਗਾ। ਜੇ ਗੁੰਮਰਾਹ ਹੁੰਦੇ ਫਿਰ ਉਰੇ ਕਿਉਂ ਹੁੰਦੇ ਜੀ? ਮੇਰੇ ਕੋਲ ਕੋਈ ਫਸਲ ਨਹੀਂ, ਕੋਈ ਪੈਲੀ ਨਹੀਂ, ਕੋਈ ਕੁਛ ਨਹੀਂ ਜੀ। ਮੈਂ ਇਹਨਾਂ ਦਾ ਦੁੱਖ ਨਹੀਂ ਦੇਖੇਗਾ ਕਿਸਾਨਾਂ ਦਾ, ਮੈਂ ਇਸ ਕਰਕੇ ਇਹਨਾਂ ਦੇ ਨਾਲ ਆਇਆ। ਕਿਉਂ? ਮੈਨੂੰ ਇਹ ਹੈਗਾ ਜੀ ਕਿਉਂਕਿ ਆਮ ਜਨਤਾ ਨੂੰ ਵੀ ਜਾਗਣਾ ਚਾਹੀਦਾ। ਜਨਤਾ ਤਾਂ ਕਹਿੰਦੀ ਹੈ ਵੀ ਇਹ ਤਾਂ ਮਸਲਾ ਹੀ ਕਿਸਾਨਾਂ ਦਾ, ਵੀ ਅਸੀਂ ਕਿਉਂ ਤੁਰਨਾ। ਮਸਲਾ ਕਿਉਂ ਇਹਨਾਂ ਦਾ? ਕਿਸਾਨਾਂ ਦਾ ਕਿਉਂ ਨਹੀਂ? ਉਹਨਾਂ ਦਾ ਕਿਉਂ ਨਹੀਂ ਹੈਗਾ? ਅੰਨ ਇਹਨਾਂ ਤੋਂ ਨਹੀਂ ਖਾਂਦੇ ਜੀ। ਇੱਕ ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਇੱਕ ਇਹੀ ਗੱਲ ਕਹਿ ਰਿਹਾ ਹੈ ਕਿ ਜੋ ਕਾਨੂੰਨ ਹੈ ਉਹੀ ਰਹੇਗੀ, ਮੰਡੀਆਂ ਰਹਿਣਗੀਆਂ, ਸਭ ਕੁਝ ਰਹੇਗਾ। ਲਿਖ ਕੇ ਦੇਣ 'ਚ ਕੀ ਫਰਕ ਹੈ? ਮੈਂ ਰਾਜਨੀਤੀ ਛੱਡ ਦਾਂਗਾ, ਜ਼ਿਲ੍ਹੇ ਪ੍ਰਧਾਨ ਤੋਂ ਲੈ ਕੇ ਪ੍ਰਧਾਨ ਮੰਤਰੀ ਹੋਵੇ, ਮੁੱਖ ਮੰਤਰੀ ਹੋਵੇ, ਕੋਈ ਵੀ ਹੋਵੇ, ਅਸੀਂ ਰਾਜਨੀਤੀ ਛੱਡ ਦਾਂਗੇ ਵੀ ਇਹੀ ਰਹੇਗਾ। ਫਿਰ ਲਿਖ ਕੇ ਦੇਣ 'ਚ ਕੀ ਫਰਕ ਹੈ? ਲਿਖ ਕੇ ਦੇ ਦਿਓ, ਜੇ ਤੁਹਾਨੂੰ ਲਿਖਣ 'ਚ ਕੀ ਹੈ। MSP लागू करे तो सानू लिखित रूप में चाहिए जाए, मूँह जबानी नहीं चाहिए कि हाँ मैंने बोल दिया, अज कह रहे हैं कल लोग कहते अस्सी तो गए नहीं है, ओदी सरकार अज है कल दूसरे दी है, तो मैंने कब कहा था। ਹਰਿਆਣੇ ਦੀ ਰਾਜਨੀਤੀ ਕੀ ਬੋਲਦੀ ਹੈ? ਸਾਡੇ ਉੱਧਰ ਤਾਂ ਜਿਹੜੇ ਅਕਾਲੀ ਦਲ ਹੈਗਾ, ਸਾਡੇ ਜੀ ਕਾਂਗਰਸ ਹੈਗੀ ਹੈ, ਆਮ ਆਦਮੀ ਪਾਰਟੀ ਹੈ, ਉਹ ਸਾਰੇ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਕਿਸਾਨਾਂ ਦੇ ਨਾਲ ਆ। ਸਾਰੇ ਜਣੇ ਇਹੀ ਕਹਿ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ, ਉਹ ਕਹਿੰਦੇ ਮੈਂ ਇੱਥੇ ਜੀ ਆਪਣੀ ਜੇਬ ਦੇ ਵਿੱਚ ਪਾਇਆ ਹੋਇਆ ਅਸਤੀਫਾ, ਜਦੋਂ ਮਰਜ਼ੀ ਲੈ ਲਿਓ। ਤੇ ਬਾਦਲ ਹੋਰੀ ਕਹਿੰਦੇ ਅਸੀਂ ਤਾਂ ਜੀ ਅਹੁਦੇ ਛੱਡ ਦਿੱਤੇ। ਤੇ ਇੱਥੇ ਦੀ ਹਵਾ ਕੀ ਕਹਿੰਦੀ ਹੈ? ਇੱਥੇ ਕਹਾਂ ਇੱਥੇ ਤਾਂ ਕੋਈ ਕੁਝ ਵੀ ਨਹੀਂ ਛੱਡਦਾ ਜੀ। ਇੱਥੇ 302 ਦੇ 307 ਦੇ ਪਰਚੇ ਕਰ ਰਹੇ ਕਿਸਾਨਾਂ ਤੇ। ਸੋ ਫਿਰ ਇਹ ਚੀਜ਼ਾਂ ਮਤਲਬ ਕਿ ਜੇ ਲੋਕ ਅਜਿਹੇ ਬਿਆਨਬਾਜ਼ੀਆਂ ਕਰਦੇ ਨੇ, ਬਹੁਤ ਸਖਤ ਬੋਲਦੇ ਨੇ, ਬਾਅਦ ਦੇ ਵਿੱਚ ਇਸ ਤਰ੍ਹਾਂ ਹੱਥ ਮਿਲਾ ਲੈਂਦੇ ਆ, ਫਿਰ ਮੂਰਖ ਅਸੀਂ ਹੋਏ ਜੀ। ਅਸੀਂ ਹੋਏ ਜੀ, ਬਿਲਕੁਲ ਜੀ, ਅਸੀਂ ਹੋਏ। ਇਹ ਮੂਰਖਾਂ ਤਾਂ ਹੀ ਧੱਕੇ ਖਾਂਦੇ ਆ ਜੀ। कहते हैं जी, कहा भी ये 2 गुजराती डॉक्टर चले थे, कहा यहाँ कांग्रेस का इलाज करना आए थे। इन पर तो कांग्रेस का इलाज जैसा कैसा होया नहीं होया, बाकी हरियाणा पंजाब वाले किसान आए हैं, अपना हक लेन आए हैं। इन 2 डॉक्टर का इलाज अच्छी तरह करके जाएंगे। ਲੰਗਰ ਛਕਣ ਗਏ ਸੀਗੇ, ਸਾਰੇ ਢਾਬੇ ਬੰਦ ਨੇ ਜੀ ਇੱਥੇ। ਤੇ ਅਸੀਂ ਰਸਤਾ ਪੁੱਛਿਆ, ਇੱਕ ਰੈਸਟੋਰੈਂਟ ਉਹ ਸੀਗਾ, ਮਤਲਬ ਕਿ ਪੈਲੇਸ ਸੀਗਾ, ਵਿਆਹ ਹੋ ਰਿਹਾ ਉੱਥੇ। ਅਸੀਂ ਉਹਨਾਂ ਭਰਾਵਾਂ ਨੂੰ ਕਿਹਾ ਵੀ ਅਸੀਂ ਜੀ ਮੀਡੀਆ ਤੋਂ ਕਵਰ ਕਰਨ ਆਏ ਵੇ ਕਿਸਾਨੀ ਅੰਦੋਲਨ ਨੂੰ, ਸਾਨੂੰ ਕੋਈ ਢਾਬਾ ਨਹੀਂ ਮਿਲ ਰਿਹਾ, ਰਸਤਾ ਦੱਸਿਓ। ਤੇ ਉਹਨਾਂ ਨੇ ਕਿਹਾ ਵੀ ਨਹੀਂ, ਢਾਬੇ ਤੇ ਨਹੀਂ ਜਾਣਾ, ਕਿਸੇ ਰੈਸਟੋਰੈਂਟ ਤੇ ਨਹੀਂ ਜਾਣਾ, ਤੁਸੀਂ ਵਿਆਹ ਦੇ ਵਿੱਚ, ਸਾਡੇ ਵੱਡੇ ਵੀਰ ਦਾ ਵਿਆਹ ਏ ਤੇ ਤੁਸੀਂ ਇੱਥੇ ਲੰਗਰ ਛਕਣਾ ਹੈ। ਤੇ ਅਸੀਂ ਹੁਣ ਲੰਗਰ ਉੱਥੇ ਵਿਆਹ ਦੇ ਵਿੱਚ ਛਕ ਕੇ ਆਏ ਆ। ਸੋ ਸਾਨੂੰ, ਅਸੀਂ ਉਹਨਾਂ ਭਰਾਵਾਂ ਦੇ ਵੀ ਧੰਨਵਾਦੀ ਆ, ਹਰਿਆਣਾ ਵਾਲਿਆਂ ਦੇ, ਬਈ ਜਿਨ੍ਹਾਂ ਨੇ ਸਾਨੂੰ ਵੀ ਮਾਣ ਬਖਸ਼ਿਆ। ਤੇ ਅਸੀਂ ਜਦੋਂ ਵੀ ਸਾਡੀ ਲੋੜ ਪਊਗੀ ਹਰਿਆਣੇ ਨੂੰ, ਤਾਂ ਅਸੀਂ ਵੀ ਹਿੱਕਾਂ ਠੋਕ ਕੇ ਨਾਲ ਬੈਠੇ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪੰਜਾਬੀ ਲੋਕ ਚੈਨਲ ਵੇਖ ਰਹੇ ਹੋ। ਪ੍ਰੋਗਰਾਮ ਦੀ ਇਹ ਰਿਕਾਰਡਿੰਗ ਹੈ, ਰਿਕਾਰਡਡ ਪ੍ਰੋਗਰਾਮ ਹੈ, ਪਰ ਇਸ ਵੇਲੇ ਦੱਸ ਦਈਏ ਕਿ ਅੱਧੀ ਰਾਤ ਹੋ ਗਈ ਹੈ, 12 ਵਜੇ ਅਸੀਂ ਇਸ ਪ੍ਰੋਗਰਾਮ ਨੂੰ ਰਿਕਾਰਡ ਕਰ ਰਹੇ ਹਾਂ। ਆਮ ਤੌਰ 'ਤੇ ਜਦੋਂ ਵੇਖਦੇ ਹਾਂ ਕਿਸੇ ਨਾਇਕ ਦੀ, ਕਿਸੇ ਫਿਲਮੀ ਅਦਾਕਾਰ ਦੀ, ਕਲਾਕਾਰ ਦੀ ਅਸੀਂ ਕੋਈ ਇੰਟਰਵਿਊ ਵੇਖਦੇ ਹਾਂ ਤਾਂ ਉਸ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਫਿਰ ਪ੍ਰਸ਼ੰਸਕ ਦੇਖਦੇ ਨੇ ਤਾਂ ਉਸ ਦੇ ਜੀਵਨ ਬਾਰੇ ਗੱਲਾਂ ਕੀਤੀਆਂ ਜਾਂਦੀਆਂ ਨੇ। ਪਰ ਅੱਜ ਅਸੀਂ ਤੁਹਾਨੂੰ ਰੀਅਲ ਹੀਰੋ ਜਿਹੜੇ ਹੈਗੇ ਨੇ, ਫਿਲਮੀ ਹੀਰੋ ਨਹੀਂ, ਜਿਹੜੇ ਫਿਲਮਾਂ ਦੇ ਵਿੱਚ ਐਕਟਿੰਗ ਕਰਦੇ ਉਹ ਨਹੀਂ, ਪਰ ਜਿਹੜੇ ਇੱਕ ਅਸਲ ਨਾਇਕ ਨੇ, ਜਿਹੜੇ ਸਾਡੇ ਹੀਰੋ ਨੇ, ਉਹਨਾਂ ਦੇ ਨਾਲ ਅਸੀਂ ਤੁਹਾਡੀ ਗੱਲਬਾਤ ਕਰਵਾਉਣੀ ਹੈ। ਕਿਉਂਕਿ ਇਹ ਗੱਲ ਕਿਸਾਨੀ ਸੰਘਰਸ਼ਾਂ ਦੀ ਹੈ ਤੇ ਸੰਘਰਸ਼ਾਂ ਦੇ ਵਿੱਚ ਜਿਹੜੇ ਬੰਦੇ ਮੈਂ ਕਹਿੰਦਾ ਇੱਥੇ ਆਏ ਹੋਏ ਨੇ, ਇਹ ਆਮ ਨਹੀਂ ਨੇ। ਜਦੋਂ ਪਤਾ ਨਾ ਵੀ ਸੀਨੇ ਦੇ ਵਿੱਚ ਛੇਕ ਹੋਣੇ ਨੇ, ਸਤਿੰਦਰ ਸਰਤਾਜ ਦਾ ਗੀਤ ਬਾਈ ਦਾ,
ਡਾਕਟਰ ਸਾਹਿਬ ਦਾ। ਫਿਰ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ, ਇਹ ਆਮ ਲੋਕ ਨਹੀਂ ਨੇ। ਇਹਨਾਂ ਨੂੰ ਇਹ ਵੀ ਪਤਾ ਹੈ ਵੀ ਜੋ ਹਕੂਮਤ ਹੈ, ਹਾਕਮ ਹੈ, ਉਹ ਕੁਝ ਵੀ ਕਰਵਾ ਸਕਦਾ ਹੈ, ਕੁਝ ਵੀ ਹੋ ਸਕਦਾ ਹੈ, ਪਰ ਉਸ ਦੇ ਬਾਵਜੂਦ ਵੀ ਡਟੇ ਹੋਏ ਨੇ। ਅੱਧੀ ਰਾਤ ਵੇਲੇ ਇਹ ਬਾਈ ਜੀ ਹੋਰੀ ਸਾਰੇ ਗੱਲਾਂ ਬਾਤਾਂ ਕਰ ਰਹੇ ਸੀਗੇ, ਅਸੀਂ ਇੱਥੋਂ ਗੁਜ਼ਰ ਰਹੇ ਸੀਗੇ ਤੇ ਸੋਚਿਆ ਵੀ ਇਹਨਾਂ ਹੀਰੋਜ਼ ਦੀ ਜਿਹੜੀ ਹੈਗੀ ਆ ਮੁਲਾਕਾਤ ਦਿਖਾਈ ਜਾਵੇ, ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ, ਇਹਨਾਂ ਦੇ ਨਾਲ ਸਮਾਂ ਬਿਤਾਇਆ ਜਾਵੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਸੁਖਚੈਨ ਸਿੰਘ ਹੈ ਜੀ। ਸੁਖਚੈਨ ਸਿੰਘ ਜੀ, ਪੰਜਾਬ ਤੋਂ ਜਾਂ ਹਰਿਆਣੇ ਤੋਂ? ਅਸੀਂ ਹਰਿਆਣੇ ਤੋਂ ਜੀ, ਕਿੱਥੋਂ ਜੀ? ਹਰਿਆਣੇ ਅੰਬਾਲਾ ਸ਼ਹਿਰ ਤੋਂ। ਤੋਂ। ਕਿਸੇ ਜਥੇਬੰਦੀ ਦੇ ਨਾਲ ਸੰਬੰਧਿਤ ਹੋ ਜੀ? ਹਾਂਜੀ, ਕਿਹੜੀ ਦੇ ਨਾਲ? ਗੁਰਨਾਮ ਸਿੰਘ ਝੜੂਨੀ। ਭਾਰਤੀ ਕਿਸਾਨ ਯੂਨੀਅਨ। ਹਾਂਜੀ। ਜੀ। ਤੇ ਹਰਿਆਣੇ ਦੇ ਵਿੱਚ ਕਿੰਨੀਆਂ ਜਥੇਬੰਦੀਆਂ ਜੀ ਕੁੱਲ ਕੰਮ ਕਰੀਆਂ? ਤਕਰੀਬਨ ਕਾਫੀ ਹੈ, ਪਰ ਅਸੀਂ ਤਾਂ ਇਸੇ ਨਾਲ ਜੁੜੇ ਹਾਂ ਸ਼ੁਰੂ ਤੋਂ ਜੀ। ਤੇ ਤੁਸੀਂ ਇਸ ਜਥੇਬੰਦੀ ਦੇ ਨਾਲ ਜੁੜੇ ਹੋ ਜੀ, ਉਹਦਾ ਕੀ ਕਾਰਨ ਰਿਹਾ? ਸਾਡਾ ਮਿੱਲ ਹੈ ਸੁਜਾਤਪੁਰ, ਉਹਨੇ ਪੇਮੈਂਟਾਂ ਰੋਕ ਲਈ ਸੀ ਜ਼ਿਮੀਂਦਾਰਾਂ ਦੀ। ਅੱਛਾ। ਪੇਮੈਂਟਾਂ ਰੋਕਣ ਤੋਂ ਬਾਅਦ ਸਾਨੂੰ ਉਸ ਟਾਈਮ ਕਿਸਾਨ ਯੂਨੀਅਨ ਨਾਲ ਉਸ ਟਾਈਮ ਜੁੜੇ ਸੀ, ਤਾਂ ਉਸ ਸਾਡੀ ਪੇਮੈਂਟਾਂ ਮਿਲ ਗਈਆਂ ਸੀ। ਬਸ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹਨਾਂ ਦੇ ਨਾਲ ਰਹਿੰਦੇ ਆ, ਜਿੱਥੇ ਵੀ ਕਹਿੰਦੇ ਉੱਥੇ ਜਾਂਦੇ ਆ। ਤੇ ਫਿਰ ਹੁਣ ਇਹ ਵੀ ਲੱਗਦਾ ਵੀ ਜੇ ਉਹ ਪੇਮੈਂਟਾਂ ਮੁੜ ਸਕਦੀਆਂ ਫਿਰ ਇਹ ਕਾਨੂੰਨ ਵੀ ਮੁੜ ਸਕਦੇ? ਬਿਲਕੁਲ ਜੀ, ਇਹੀ ਸੋਚ ਕੇ ਆਏ ਹੋਏ ਆ ਵੀ ਅਸੀਂ ਕਰਵਾ ਕੇ ਜਾਵਾਂਗੇ, ਚਾਹੇ ਕੁਝ ਹੋ ਜੇ। ਹੁਣ ਸਾਡੇ ਨਾਲ ਪੰਜਾਬ ਆਇਆ, ਪੰਜਾਬ ਖੜਿਆ। ਅਸੀਂ ਜਦੋਂ ਤੱਕ ਪੰਜਾਬ ਚਾਹੇ 6 ਮਹੀਨੇ ਲੱਗ ਜਾਣ, ਭਾਵੇਂ ਸਾਲ ਲੱਗ ਜੇ, ਅਸੀਂ ਰਾਸ਼ਨ ਪਾਣੀ ਦੀ ਦਿੱਕਤ ਨਹੀਂ ਆਉਣ ਦੇਣੀ ਪੰਜਾਬ ਨੂੰ। ਨਾਲ ਰਹਾਂਗੇ ਉਹਨਾਂ ਦੇ। ਮੋਦੀ ਸਰਕਾਰ ਨੂੰ ਦੱਸ ਕੇ ਜਾਵਾਂਗੇ ਵੀ ਜੇ ਤੂੰ ਸਾਡੇ ਨਾਲ ਧੱਕਾ ਕਰਾਂਗੇ ਅਸੀਂ ਸਹਿੰਦੇ ਨਹੀਂ, ਚਾਹੇ ਕੁਝ ਵੀ ਹੋ ਜੇ, ਚਾਹੇ ਤੂੰ ਗੋਲੀਆਂ ਮਾਰ ਲਾ, ਉਹਦੀ ਇੱਛਾ, ਪੂਰੀ ਛੂਟ ਹੈ, ਪਰ ਅਸੀਂ ਮੁੜਨਾ ਨਹੀਂ। ਇੱਕ ਹੋਰ ਮੈਨੂੰ ਜਦੋਂ ਤੁਸੀਂ ਗੱਲਾਂ ਵਗੈਰਾ ਕਰ ਰਹੇ ਸੀਗੇ ਤਾਂ ਮੇਰੇ ਇੱਕ ਕਲਪਨਾ ਨਹੀਂ ਆਪਾਂ ਕੋਈ ਕਰ ਲੈਂਦੇ ਭਾਜੀ, ਤਾਂ ਉਹ ਕਲਪਨਾ ਮੇਰੇ ਦਿਮਾਗ ਦੇ ਵਿੱਚ ਐਵੇਂ ਹੋਈ ਵੀ ਜਿਵੇਂ ਇੱਕ ਬਰਾਤ ਢੁੱਕੀ ਹੋਈ ਹੈ ਤੇ ਰਿਸ਼ਤੇਦਾਰ ਜਿਹੜੇ ਆਪਸ ਦੇ ਵਿੱਚ ਬੈਠੇ ਆ ਉਹ ਇੱਕ ਦੂਜੇ ਦੇ ਨਾਲ ਗੱਲਾਂ ਕਰ ਰਹੇ ਨੇ, ਉਹੋ ਜਿਹਾ ਮਾਹੌਲ ਲੱਗਿਆ। ਬਿਲਕੁਲ ਉਹੀ ਹੋ ਰਿਹਾ ਜੀ। ਹੁਣ ਹੋਰ ਕਰੀਏ ਕੀ? ਰੋਣਾ ਤਾਂ ਰੋ ਤਾਂ ਅਸੀਂ ਸਕਦੇ ਨਹੀਂ ਹੈ, ਲੜ ਕੇ ਮਰਾਂਗੇ ਆਪਣਾ ਮਤਲਬ ਹੱਕ ਕਿ ਇਸ ਚੀਜ਼ ਦਾ ਵੀ ਜੇ ਚਲੋ ਉਸ ਹਕੂਮਤ ਨੇ ਜਾਂ ਸਰਕਾਰ ਨੇ ਕਾਨੂੰਨ ਲਿਆਂਦੇ ਨੇ, ਸਾਨੂੰ ਇਹ ਸੰਘਰਸ਼ ਕਰਨੇ ਪਏ, ਤਾਂ ਇਹਨਾਂ ਸੰਘਰਸ਼ਾਂ ਨੂੰ ਵੀ ਤੁਸੀਂ ਇੱਕ ਬਰਾਤੀਆਂ ਦੇ ਤੌਰ ਤੇ ਵੇਖਦੇ ਹੋ, ਹੈ ਨਾ, ਲੜ ਰਹੇ ਹੋ। ਬਿਲਕੁਲ ਜੀ, ਬਿਲਕੁਲ। ਬਿਲਕੁਲ ਬਹੁਤ ਜਿਹੜੇ ਵੀਰ ਹੈਗੇ ਨੇ ਇੱਥੇ ਹਾਜ਼ਰ ਨੇ। ਸੋ ਇਹਨਾਂ ਸੰਘਰਸ਼ਾਂ ਨੂੰ ਇੱਕ ਬਰਾਤ ਜਿਵੇਂ ਹੁੰਦੀ ਹੈ, ਬਰਾਤੀਆਂ ਦੇ ਤੌਰ ਤੇ ਪਹੁੰਚੇ ਹੋਏ ਨੇ ਤੇ ਇਹੀ ਕਹਿਣਾ ਇਹਨਾਂ ਦਾ ਵੀ ਭਾਜੀ ਪਾ ਕੇ ਜਾਵਾਂਗੇ, ਐਵੇਂ ਵਾਪਸ ਨਹੀਂ ਮੁੜਦੇ। ਹੋਰ ਵੀ ਵੀਰ ਹੈਗੇ ਨੇ ਇੱਥੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ ਜੀ? ਬਲਜੀਤ ਸਿੰਘ ਹੈ ਜੀ। ਤੁਸੀਂ ਵੀ ਅੰਬਾਲੇ ਤੋਂ ਜੀ? ਹਾਂਜੀ। ਇਹ ਅੰਬਾਲੇ ਤੋਂ ਪਹਿਲਾਂ ਤੋਂ ਹੀ ਅੰਬਾਲੇ ਤੋਂ ਜਾਂ ਫਿਰ ਕੋਈ ਪਿਛੋਕੜ ਹੋਰ ਥਾਂ ਤੋਂ ਜੀ? ਨਹੀਂ, ਅੰਬਾਲੇ ਤੋਂ ਹੀ ਹੈ ਜੀ ਪਹਿਲਾਂ ਤੋਂ। ਅੱਛਾ ਅੱਛਾ ਜੀ। ਕੀ ਕਰਦੇ ਆ ਜੀ ਤੁਸੀਂ? ਕੀ ਕਰਦੇ ਹੋ? ਕਿਸਾਨ ਆ ਜੀ। ਤੁਹਾਡੇ ਪਿਤਾ ਜੀ ਕੀ ਕਰਦੇ ਰਹੇ? ਉਹ ਵੀ ਕਿਸਾਨ ਤੇ ਕਿੰਨੇ ਕਿੱਲਿਆਂ ਦੀ ਖੇਤੀ ਕਰਦੇ ਹੋ ਜੀ? ਹੈ ਜੀ 20-22 ਕਿੱਲਿਆਂ ਦੀ। ਜੀਰੀ ਵਗੈਰਾ ਲਗਾਉਂਦੇ ਹੋ ਜਾਂ? ਜੀਰੀ ਵੀ, ਗੰਨਾ ਵੀ, ਆਲੂ ਸਭ ਲਾਉਂਦੇ ਆ ਜੀ। ਤੇ ਹੁਣ ਜੋ ਕਾਨੂੰਨ ਆਏ ਨੇ ਜੀ, ਆਉਣ ਵਾਲੇ ਸਮੇਂ ਦੇ ਵਿੱਚ ਇਹ ਲੱਗੂਗਾ ਜੀ? ਜੋ ਕਾਨੂੰਨ ਲੈ ਕੇ ਆਉਂਦੇ ਨੇ, ਕਿਹਾ ਜਾ ਰਿਹਾ ਵੀ ਜ਼ਮੀਨਾਂ ਸਾਡੇ ਕੋਲ ਨਹੀਂ ਰਹਿਣੀਆਂ, ਹਾਲਾਂਕਿ ਜਿਹੜੀ ਸਰਕਾਰ ਆ ਉਹ ਲਗਾਤਾਰ ਕਹਿ ਰਹੀ ਹੈ ਵੀ ਇਹ ਤਾਂ ਗੁੰਮਰਾਹ ਕੀਤੇ ਜਾ ਰਹੇ ਨੇ ਕਿਸਾਨ, ਵੀ ਸਾਰਾ ਕੁਝ ਉਵੇਂ ਹੀ ਰਹੂਗਾ। ਜੇ ਗੁੰਮਰਾਹ ਹੁੰਦੇ ਫਿਰ ਉਰੇ ਕਿਉਂ ਆਉਂਦੇ ਜੀ? ਇਹ ਤਾਂ ਵਾਪਸ ਕਰਾਉਣ ਵਾਸਤੇ ਆਏ ਆ ਜੀ, ਵਾਪਸ ਕਰਾ ਕੇ ਜਾਊਂਗੇ। ਇਹ ਜ਼ਿਮੀਂਦਾਰ ਵਾਸਤੇ ਬਹੁਤ ਘਾਤਕ ਸਿੱਧ ਹੋਣਗੇ। ਗਲਤ ਹੈ ਜੀ ਇਹ। ਇਹਨਾਂ ਨੂੰ ਵਾਪਸ ਕਰਾ ਕੇ ਹੀ ਜਾਵਾਂਗੇ। ਤੇ ਪੰਜਾਬ ਦੇ ਕਿਸਾਨ ਵੀ ਸੜਕਾਂ ਤੇ ਨੇ, ਤੁਹਾਡੇ ਨਾਲ ਹੀ ਆਏ, ਇਹਨਾਂ ਟਰਾਲੀਆਂ ਦੇ ਵਿੱਚ ਹੀ ਆ, ਉਧਰ ਬੈਠੇ ਨੇ ਨਾਲ ਹੀ, ਤੇ ਉਹ ਵੀ ਲੜ ਰਹੇ ਨੇ ਜੀ। ਤੇ ਉਹਨਾਂ ਭਰਾਵਾਂ ਅੱਜ ਤੁਹਾਡੇ ਇਲਾਕੇ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਆਏ ਨੇ ਜੀ, ਤੇ ਉਹਨਾਂ ਨੂੰ ਤੁਸੀਂ ਕਿਵੇਂ ਲੈਂਦੇ ਹੋ ਜਾਂ ਉਹਨਾਂ ਦਾ ਕਿਵੇਂ ਆਓ ਭਗਤ ਕਰੋਗੇ? ਉਹਨਾਂ ਵਾਸਤੇ ਹੀ 6 ਮਹੀਨੇ ਦਾ, ਸਾਲ ਦਾ ਰਾਸ਼ਨ ਜਿੰਨਾ ਵੀ ਹੈ ਸਾਰਾ ਬੰਦੋਬਸਤ ਹੈ ਜੀ ਉਰੇ। ਉਹਨਾਂ ਦਾ ਸਾਥ ਦੇਵਾਂਗੇ, ਉਹਨਾਂ ਨਾਲ ਖੜਾਂਗੇ। ਉਹ ਸਾਡੇ ਨਾਲ ਖੜੇ ਆ ਜੀ। ਸੋ ਭਾਜੀ ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਰਾਜਦੀਪ ਸਿੰਘ ਹੈ ਜੀ। ਰਾਜਦੀਪ ਸਿੰਘ ਜੀ, ਤੁਸੀਂ ਵੀ ਖੇਤੀ ਕਰਦੇ ਹੋ? ਨਹੀਂ ਜੀ, ਮੈਂ ਇੱਕ ਸਿੰਪਲ ਹੈਗਾ ਜੀ, ਵਰਕਰ ਹਾਂ ਜੀ, ਜਿਵੇਂ ਸਾਡੀ ਸ਼ਾਪ ਹੈ। ਪਰ ਬਟ ਮੈਂ ਇਸ ਚੀਜ਼ ਨੂੰ ਕਹਿਣਾ ਚਾਹੁੰਦਾ ਸਰਕਾਰ ਨੂੰ, ਮੈਂ ਯਾਨੀ ਕਿ ਮੇਰੇ ਕੋਲ ਕੋਈ ਫਸਲ ਨਹੀਂ, ਕੋਈ ਪੈਲੀ ਨਹੀਂ, ਕੋਈ ਕੁਛ ਨਹੀਂ ਜੀ। ਮੈਂ ਇਹਨਾਂ ਦਾ ਦੁੱਖ ਨਹੀਂ ਦੇਖੇਗਾ ਕਿਸਾਨਾਂ ਦਾ, ਮੈਂ ਇਸ ਕਰਕੇ ਇਹਨਾਂ ਦੇ ਨਾਲ ਆਇਆ। ਕਿਉਂ? ਮੈਨੂੰ ਇਹ ਹੈਗਾ ਜੀ ਕਿਉਂਕਿ ਆਮ ਜਨਤਾ ਨੂੰ ਵੀ ਜਾਗਣਾ ਚਾਹੀਦਾ, ਇਹਨਾਂ ਕਿਸਾਨਾਂ ਭਰਾਵਾਂ ਨਾਲ ਤੁਰਨਾ ਚਾਹੀਦਾ। ਕਿਉਂ? ਜਨਤਾ ਤਾਂ ਕਹਿੰਦੀ ਹੈ ਵੀ ਇਹ ਤਾਂ ਮਸਲਾ ਹੀ ਕਿਸਾਨਾਂ ਦਾ, ਵੀ ਅਸੀਂ ਕਿਉਂ ਤੁਰਨਾ? ਮਸਲਾ ਕਿਉਂ ਇਹਨਾਂ ਦਾ? ਕਿਸਾਨਾਂ ਦਾ ਕਿਉਂ ਨਹੀਂ? ਉਹਨਾਂ ਦਾ ਕਿਉਂ ਨਹੀਂ ਹੈਗਾ? ਅੰਨ ਇਹਨਾਂ ਤੋਂ ਨਹੀਂ ਖਾਂਦੇ ਜੀ। ਅੰਨ ਵੀ ਤਾਂ ਕਿਸਾਨ ਦਾਤਾ ਹੀ ਦਿੰਦਾ ਹੈ। ਆਮ ਜਨਤਾ, ਹਰੇਕ ਜਨਤਾ ਦੇ ਕੋਲ ਜਾਂਦਾ।
ਹਰੇਕ ਬੰਦਾ ਕਿਸਾਨ ਤੋਂ ਹੀ ਖਾ ਰਿਹਾ ਹੈ। ਇਹਨਾਂ ਨੂੰ ਸਾਨੂੰ ਇਹਨਾਂ ਦੀ ਲੋੜ ਹੈ ਤੇ ਸਾਨੂੰ ਇਹਨਾਂ ਨੂੰ ਸਾਡੀ ਲੋੜ ਹੈ ਜੀ। ਅਸੀਂ ਅੱਜ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਤਈਓ ਕੱਲ ਨੂੰ ਅਸੀਂ ਕਾਮਯਾਬ ਹੋਵਾਂਗੇ, ਨਹੀਂ ਤਾਂ ਨਹੀਂ ਹੋਵਾਂਗੇ। ਅਸੀਂ ਹਰੇਕ ਬੰਦੇ ਦੇ ਮਥੀਜ ਹੋ ਜਾਾਂਗੇ। ਸਾਨੂੰ ਆਉਣ ਵਾਲੇ ਟਾਈਮ 'ਚ ਬੁਰਾਈਆਂ ਮਿਲਣੀਆਂ, ਕੁਛ ਨਹੀਂ ਸਾਡੇ ਪੱਲੇ ਪੈਣਾ। ਮੇਨ ਗੱਲ ਹੈ ਜੀ। ਬਿਲਕੁਲ ਬਹੁਤ ਵਧੀਆ ਗੱਲ ਕੀਤੀ ਹੈ ਵੀ ਮਸਲਾ ਕਿਸਾਨਾਂ ਦਾ ਨਹੀਂ ਹੈ, ਮਸਲਾ ਹੈ ਤਾਂ ਉਹ ਹੈ ਰੋਟੀ ਦਾ। ਰੋਟੀ ਤਾਂ ਹਰ ਇੱਕ ਖਾਂਦਾ ਹੈ ਤੇ ਜਿਹੜੀ ਰੋਟੀ ਹਰ ਕੋਈ ਖਾਂਦਾ ਹੈ ਫਿਰ ਉਹਨੂੰ ਕਿਸਾਨ ਬਣਾਉਂਦਾ ਹੈ, ਉਹ ਕਿਸਾਨ ਪੈਦਾ ਕਰਦਾ ਹੈ ਅੰਨ। ਸੋ ਇਹ ਮਸਲਾ ਰੋਟੀ ਨਾਲ ਜੁੜਿਆ ਹੋਇਆ। ਜੇ ਕਿਸਾਨੀ ਨਾਲ ਜੁੜਿਆ ਹੋਇਆ ਹੈ ਤਾਂ ਕਿਸਾਨੀ ਕਿੱਤਾ ਜੋ ਉਹ ਫਿਰ ਸਾਰਿਆਂ ਨਾਲ ਜੁੜਿਆ ਹੋਇਆ, ਕਿਉਂਕਿ ਰੋਟੀ ਅਸੀਂ ਸਾਰਿਆਂ ਨੇ ਖਾਣੀ ਹੈ। ਮਸਲਾ ਇੱਕ ਦਾ ਨਹੀਂ ਹੈ, ਮਸਲਾ ਹਰ ਇੱਕ ਉਸ ਸ਼ਖਸ ਦਾ ਹੈ ਜੋ ਅੰਨ ਖਾਂਦਾ ਹੈ, ਰੋਟੀ ਖਾਂਦਾ ਹੈ। ਕਿਸਾਨ ਦੇ ਜ਼ਮੀਨ ਦੇ ਵਿੱਚ ਬੋਇਆ ਹੋਇਆ ਬੀਜ ਜਿਹੜਾ ਫਿਰ ਫਸਲ ਬਣਦਾ ਹੈ ਉਹ ਖਾਂਦਾ। ਚਾਹੇ ਮੈਂ ਕਹਿੰਦਾ ਇਹ ਇਨਸਾਨਾਂ ਦਾ ਕੀ, ਇਹ ਤੇ ਪੰਛੀਆਂ ਦਾ ਵੀ ਹੈ, ਇਹ ਤੇ ਪੰਛੀ ਵੀ ਸਮਝਦੇ ਨੇ। ਇਹਦੇ ਬਿਨਾ ਹੈ ਹੀ ਕੁਛ ਨਹੀਂ ਜੀ। ਕਿਸਾਨੀ ਬਿਨਾ ਹੈ ਹੀ ਕੁਛ ਨਹੀਂ। ਬਿਲਕੁਲ। ਹੁਣ ਸਰ ਇਹਨਾਂ ਦਾ ਸਾਰਾ ਇੱਕ ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਇੱਕ ਹੀ ਗੱਲ ਕਹਿ ਰਿਹਾ ਹੈ ਕਿ ਜੋ ਕਾਨੂੰਨ ਹੈ ਉਹੀ ਰਹੇਗੀ, ਮੰਡੀਆਂ ਰਹਿਣਗੀਆਂ, ਸਭ ਕੁਝ ਰਹੇਗਾ। ਲਿਖ ਕੇ ਦੇਣ 'ਚ ਕੀ ਫਰਕ ਹੈ? ਮੈਂ ਰਾਜਨੀਤੀ ਛੱਡ ਦਾਂਗਾ, ਜ਼ਿਲ੍ਹੇ ਪ੍ਰਧਾਨ ਤੋਂ ਲੈ ਕੇ ਪ੍ਰਧਾਨ ਮੰਤਰੀ ਹੋਵੇ, ਮੁੱਖ ਮੰਤਰੀ ਹੋਵੇ, ਕੋਈ ਵੀ ਹੋਵੇ, ਅਸੀਂ ਰਾਜਨੀਤੀ ਛੱਡ ਦਾਂਗੇ ਵੀ ਇਹੀ ਰਹੇਗਾ। ਫਿਰ ਲਿਖ ਕੇ ਦੇਣ 'ਚ ਕੀ ਫਰਕ ਹੈ? ਲਿਖ ਕੇ ਦੇ ਦਿਓ। ਜੇ ਤੁਹਾਨੂੰ ਲਿਖਣ 'ਚ ਕੀ ਹੈ? ਇਹੀ ਮੰਗ ਰਹੇ, ਹੋਰ ਤਾਂ ਕੁਝ ਨਹੀਂ ਮੰਗ ਰਹੇ ਅਸੀਂ, ਵੀ ਸਾਨੂੰ ਲਿਖ ਕੇ ਦੇ ਦਿਓ ਕਾਨੂੰਨ 'ਚ। सो पास करें या चौथा भी कानून पास कर दो। चौथा कानून बनाने में क्या हर्ज है? ਉਹ ਕਿਵੇਂ ਦਾ ਚੌਥਾ ਕਾਨੂੰਨ ਕਿਵੇਂ ਦਾ ਚਾਹੁੰਦੇ ਨੇ ਕਿਸਾਨ, ਜਾਂ ਤੁਸੀਂ ਕਿਵੇਂ ਦਾ ਚਾਹੁੰਦੇ ਹੋ? ਅਸੀਂ MSP लागू करे तो सानू लिखित रूप च चाहिए जाओ, मूँह जबानी नहीं चाहिए कि हाँ मैंने बोल दिया, अज कह रहे हैं कल कहते अस्सी तो गए नहीं है, ओदी सरकार अज है कल दूसरे दी है। तो मैंने कब कहा था? तो ये ऐसा हो जाएगा ना जी। फिर ਹਰਿਆਣੇ ਦੀ ਰਾਜਨੀਤੀ ਕੀ ਬੋਲਦੀ ਹੈ? ਸਾਡੇ ਉਧਰ ਤੇ ਜਿਹੜੇ ਅਕਾਲੀ ਦਲ ਹੈਗਾ, ਸਾਡੇ ਜੀ ਕਾਂਗਰਸ ਹੈਗੀ ਹੈ, ਆਮ ਆਦਮੀ ਪਾਰਟੀ ਹੈ, ਉਹ ਸਾਰੇ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਕਿਸਾਨਾਂ ਦੇ ਨਾਲ ਆ। ਸਾਰੇ ਜਣੇ ਇਹੀ ਕਹਿ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਉਹ ਕਹਿੰਦੇ ਮੈਂ ਤੇ ਜੀ ਆਪਣੀ ਜੇਬ ਦੇ ਵਿੱਚ ਪਾਇਆ ਹੋਇਆ ਅਸਤੀਫਾ, ਜਦੋਂ ਮਰਜ਼ੀ ਲੈ ਲਿਓ। ਤੇ ਬਾਦਲ ਹੋਰੀ ਕਹਿੰਦੇ ਅਸੀਂ ਤਾਂ ਜੀ ਅਹੁਦੇ ਛੱਡ ਦਿੱਤੇ। ਤੇ ਇੱਥੇ ਦੀ ਹਵਾ ਕੀ ਕਹਿੰਦੀ ਹੈ? ਇੱਥੇ ਕਹਾਂ ਇੱਥੇ ਤਾਂ ਕੋਈ ਕੁਝ ਵੀ ਨਹੀਂ ਛੱਡਦਾ ਜੀ। ਇੱਥੇ 302 ਦੇ 307 ਦੇ ਪਰਚੇ ਕਰ ਰਹੇ ਕਿਸਾਨਾਂ ਤੇ। ਬਿਆਨਬਾਜ਼ੀ ਤਾਂ ਹੋਈ ਹੈ, ਦੁਸ਼ਯੰਤ ਚੌਟਾਲਾ ਹੋ ਗਿਆ, ਉਪ ਮੁੱਖ ਮੰਤਰੀ ਹੋ ਗਿਆ, ਮੁੱਖ ਮੰਤਰੀ ਖੱਟਰ ਹੋ ਗਿਆ। ਇਹੀ ਗੱਲ ਕਹਿੰਦੇ ਵੀ ਅਸੀਂ ਆਪਣੀ ਰਾਜਨੀਤੀ ਛੱਡ ਦਾਂਗੇ। ਰਾਜਨੀਤੀ ਛੱਡਣੀ ਕਿਉਂ ਹੈ ਤੁਸੀਂ? ਜੇ ਤੁਸੀਂ ਠੀਕ ਹੋ ਤੁਸੀਂ ਲਿਖ ਕੇ ਦੇ ਦਿਓ ਜੀ। ਬਸ MSP ਲਾਗੂ ਹੈ, ਲਿਖ ਕੇ ਦੇ ਦਿਓ। ਤੁਹਾਡੇ ਕਹਿਣ ਨਾਲ ਕਿਵੇਂ ਮੰਨ ਲਈ ਅਸੀਂ? ਚੌਟਾਲਾ ਸਾਹਿਬ ਦੇ ਪਰਿਵਾਰ ਦੇ ਵਿੱਚੋਂ ਕੋਈ ਇੱਥੇ ਤੁਹਾਡੇ ਨਾਲ ਫਿਰ ਧਰਨੇ ਵਿੱਚ ਵੀ ਆਇਆ ਹੋਣਾ? ਇੱਥੇ ਸਾਨੂੰ ਵੀ ਦੱਸ ਦਿਓ, ਅਸੀਂ ਇੰਟਰਵਿਊ ਵੀ ਕਰ ਲਈ ਉਹਨਾਂ ਦੀ। ਕੋਈ ਨਹੀਂ ਆਇਆ ਜੀ। ਪੈਸੇ ਕੇ ਪਿੱਛੇ ਲੱਗੇ ਪਏ ਉਦੋਂ ਹਾਂਜੀ। ਉਹਨੂੰ ਸਿਰਫ ਪੈਸੇ ਯਾਰ ਕੁਰਸੀ ਤੇ ਪਿਆਰ ਆ। ਕਿਸਾਨ ਮਰਦੇ ਮਰੋ, ਰਹਿੰਦੇ ਰਹੋ। ਫਿਰ ਹਰਿਆਣਵੀ ਜਿਹੜੇ ਕਿਸਾਨ ਨੇ ਉਹ ਇੰਨੀ ਕੁ ਤਾਕਤ ਰੱਖਦੇ ਨੇ ਬਈ ਇਹਨਾਂ ਨੂੰ ਕੁਰਸੀਆਂ ਤੋਂ ਲਾ ਦੇਣ। ਬਿਲਕੁਲ ਲਾ ਦੇਣਗੇ ਜੀ, ਕੋਈ ਦਿੱਕਤ ਵਾਲੀ ਗੱਲ ਨਹੀਂ। ਬੜੌਦਾ ਹਰਾਤਾ ਦੇਖ ਲਓ, ਇਹੀ ਗੱਲ ਹੋਈ ਹੈ ਨਾ। ਇਹ ਸੋਚਦੇ ਸੀ ਲੋਕ, ਰਲ ਗਏ ਸੀ ਵੀ ਦੁਸ਼ਯੰਤ ਚੌਟਾਲਾ ਆ ਗਿਆ ਵੀ ਕਿਸਾਨਾਂ ਦਾ ਕੁਝ ਕਰੂਗਾ, ਪਰ ਸਾਲੇ ਨੇ ਸੰਸਦ 'ਚ ਪਹੁੰਚਣ ਤੋਂ ਬਾਅਦ ਉਸ ਤੋਂ ਬਾਅਦ ਫਿਰ ਲੋਕਾਂ ਨੇ ਸੋਚਿਆ ਵੀ ਕੁਝ ਨਾ ਕੁਝ ਹੱਲ ਕਰੂਗਾ। ਇਹ ਸਾਲਾ ਵਿਕੇ ਗਿਆ। ਇਹਨਾਂ ਤੋਂ ਸਿਰਫ ਪੈਸੇ ਤੇ ਪਿਆਰ ਆ। ਥੰਮ ਮਰੋ। ਉਸੇ BJP ਦੇ ਖਿਲਾਫ ਇਹਨੇ ਬਿਆਨਬਾਜ਼ੀ ਕਰ ਕਰਕੇ ਉਸੇ 'ਚ ਜਾ ਕੇ ਰਲ ਗਿਆ ਜੀ। ਤਾਂ ਤੁਸੀਂ ਕਹਿੰਦਾ ਸੀ ਉਸੇ ਦੇ ਖਿਲਾਫ, ਮਤਲਬ ਉਹਨਾਂ ਨੂੰ ਭੰਡਦਾ ਸੀ, ਫਿਰ ਉਹਨਾਂ ਦੇ ਨਾਲ ਹੀ ਹੱਥ ਮਿਲਾ ਲਿਆ। ਬਿਲਕੁਲ ਜਦ ਤੱਕ ਕਹਿੰਦਾ ਸੀ ਖੱਟਰ ਮੋਦੀ ਕੀ ਬਹੂ ਹੈ, ਮੋਦੀ ਦਾ ਕੁਛ ਹੈ, ਲੇਕਿਨ ਰਲ ਤਾਂ ਉਸੇ ਕੋਲ ਗਿਆ ਜਾ ਕੇ, ਤਾਂ ਫਾਇਦਾ ਕੀ ਹੋਇਆ ਜੀ? ਸੋ ਫਿਰ ਇਹ ਚੀਜ਼ਾਂ, ਮਤਲਬ ਕਿ ਜੇ ਇਹ ਲੋਕ ਅਜਿਹੇ ਬਿਆਨਬਾਜ਼ੀਆਂ ਕਰਦੇ ਨੇ, ਬਹੁਤ ਸਖਤ ਬੋਲਦੇ ਨੇ, ਬਾਅਦ ਦੇ ਵਿੱਚ ਇਸ ਤਰ੍ਹਾਂ ਹੱਥ ਮਿਲਾ ਲੈਂਦੇ ਆ, ਫਿਰ ਜਨਤਾ ਨਾਲ ਮੂਰਖ ਅਸੀਂ ਹੋਏ ਜੀ। ਅਸੀਂ ਹੋਏ ਜੀ, ਬਿਲਕੁਲ ਜੀ ਅਸੀਂ ਹੋਏ। ਜੇ ਮੂਰਖਾਂ ਤਾਂ ਹੀ ਧੱਕੇ ਖਾਂਦੇ ਆ ਜੀ। ਜੇ ਵੋਟ ਪਾਈ ਇਹਨਾਂ ਦੇ ਪਿੱਛੇ ਫਿਰੇ ਤਾਂ ਹੀ ਉਰੇ ਬੈਠੇ ਆ ਹੁਣ। ਤੇ ਬਿਲਕੁਲ ਜੀ, ਸੋ ਮਾਹੌਲ ਬਹੁਤ ਵਧੀਆ। ਭਾਜੀ ਵੀ ਹੈਗੇ ਨੇ, ਸਰਦਾਰ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਕੀ ਨਾਮ ਹੈ ਜੀ ਤੁਹਾਡਾ? ਮਨਪ੍ਰੀਤ ਹੈ ਜੀ। ਮਨਪ੍ਰੀਤ ਭਾਜੀ, ਕਦੇ ਇਸ ਤਰ੍ਹਾਂ ਬੈਠੇ ਹੋ, ਇਸ ਤਰ੍ਹਾਂ ਸੰਘਰਸ਼ ਕੀਤਾ ਜਾਂ ਪਹਿਲੀ ਵਾਰ ਕਰ ਰਹੇ ਹੋ? ਇੱਦਾਂ ਸੰਘਰਸ਼ ਪਹਿਲੀ ਵਾਰ ਕਰ ਰਹੇ ਬਾਈ। ਇੱਦਾਂ ਸੰਘਰਸ਼ ਦੇਖਿਆ ਨਹੀਂ ਆਪਾਂ, ਪਹਿਲੇ ਕਦੀ ਨਹੀਂ ਦੇਖਿਆ। ਹਾਂ, ਬਾਕੀ ਤੇਰੀ ਜਗ੍ਹਾ ਜਾਂਦੇ ਆ, ਫਤਿਹਗੜ੍ਹ ਸਾਹਿਬ ਜਾਂਦੇ ਆ, ਸੇਵਾ 'ਚ ਜਾਂਦੇ ਆ, ਇੱਥੇ ਆਏ ਦਿੱਲੀ 'ਚ ਆਏ ਆਪਾਂ, ਸਾਨੂੰ ਕੋਈ ਫਰਕ ਨਹੀਂ ਪੈਂਦਾ ਬਾਈ। ਦਿੱਲੀ 'ਚ ਆਏ ਆਪਣਾ ਹੱਕ ਲੈਣ ਆਏ ਆ, ਹਰਿਆਣਾ ਹੋ, ਪੰਜਾਬ, ਆਲ ਇੰਡੀਆ ਦੀ ਗੱਲ ਹੈ।
ਇਹ ਸੁਧਾਰ ਹੋਣਾ ਚਾਹੀਦਾ, ਆਲ ਇੰਡੀਆ ਦਾ ਹੋਣਾ ਚਾਹੀਦਾ। ਆਪਾਂ ਇਹ ਹਰਿਆਣੇ ਦੇ, ਪੰਜਾਬ ਦੇ ਸਰਕਾਰਾਂ ਦਾ ਕੀ ਕੰਮ ਹੈ, ਵੰਡਦੀਆਂ ਸਾਨੂੰ, ਪਰ ਆਪਾਂ ਵੰਡਦੇ ਨਹੀਂ। ਸਾਨੂੰ ਬਹੁਤ ਕੋਸ਼ਿਸ਼ ਕੀਤੀ ਰੋਕਣ ਦੀ, ਪਹਿਲਾਂ ਬਿਆਨਬਾਜ਼ੀ ਕੀਤੀ ਉਹਨੇ, ਅਨੀਲ ਵਿਜ ਨੇ ਕਿਹਾ, ਖੱਟਰ ਨੇ ਕਿਹਾ ਵੀ ਪੰਜਾਬੀਆਂ ਨੂੰ ਹਰਿਆਣਾ ਪਾਰ ਨਹੀਂ ਕਰਨ ਦੇਣਾ। ਪੰਜਾਬੀ ਤੇ ਹਰਿਆਣਾ ਵਾਲੇ ਸਾਰੇ ਭਰਾਵਾਂ ਨੇ ਆਪਾਂ ਨੇ ਮਿਲ ਕੇ ਜਿੰਨੇ ਵੀ ਰਾਸਤੇ 'ਚ ਜਿੰਨੇ ਵੀ ਬੈਰੀਕੇਡ ਸੀ, ਜੋ ਵੀ ਸੀ, ਸਾਰੇ ਫਤਿਹ ਬੁਲੰਦੇ ਆਏ ਆਪਾਂ। ਇਹ ਮਤਲਬ ਕਿ ਇਹ ਲੀਡਰਾਂ ਦਾ ਜ਼ੋਰ ਇਹ ਵੀ ਲੱਗਿਆ ਸੀ ਬਈ ਇਸ ਲੜਾਈ ਨੂੰ ਜਿਹੜੀ ਕੇਂਦਰ ਦੇ ਨਾਲ ਆ, ਇਹਨੂੰ ਪੰਜਾਬ ਵਰਸਸ ਹਰਿਆਣਾ ਕਰ ਦਈਏ, ਪਾੜ ਪਾ ਦਈਏ। ਪਰ ਤੁਸੀਂ ਸਭਨਾਂ ਨੇ, ਮੈਂ ਕਹਿੰਦਾ, ਬੁੱਧੀ ਤੋਂ ਕੰਮ ਲਿਆ। ਆਪਾਂ ਬਥੇਰੀ ਗੱਲਾਂ ਹੁੰਦੀਆਂ ਬਾਈ, ਜਿੱਦਾਂ ਕਹਿੰਦੇ ਕਾਂਗਰਸ ਦੇ ਮਿਲੇ ਹੋਏ ਆ, ਉਹ ਕਰਦੇ। ਸਾਨੂੰ ਕਿਸੇ ਤੋਂ ਕੋਈ ਮਤਲਬ ਨਹੀਂ। ਕਿਸਾਨ, ਆਪਾਂ ਪਿਓਰ ਕਿਸਾਨ ਆ ਬਾਈ, ਕਿਸਾਨੀਅਤ ਵਾਸਤੇ ਆਏ ਆਪਾਂ ਉਰੇ। ਜੋ ਵੀ ਕਰਨਾ ਪਏਗਾ ਆਪਾਂ ਕਰਾਂਗੇ ਉਰੇ। ਹੁਣ ਅਸੀਂ ਪੰਜਾਬੀ ਭਰਾ ਜਿਹੜੇ ਹੈਗੇ ਨੇ ਸਾਡੇ ਇੱਧਰ ਬੈਠੇ ਨੇ, ਨਾਲ ਹੀ ਨੇ, ਤੁਸੀਂ ਸਾਰੇ ਇਕੱਠੇ ਹੋ, ਤੇ ਉਹ ਇਸ ਵੇਲੇ ਕਿਉਂਕਿ ਦੂਜੇ ਤੁਹਾਡੇ ਏਰੀਏ ਦੇ ਵਿੱਚ ਨੇ, ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਆਂਚ ਨਾ ਆਵੇ, ਉਹਨਾਂ ਦੇ ਲਈ ਕੀ ਕਰੋਗੇ? ਉਹਨਾਂ ਵਾਸਤੇ ਬਾਈ ਉਹਨਾਂ ਤੋਂ ਅੱਗੇ ਖੜੇ ਆਪਾਂ। ਜੋ ਵੀ ਆਵੇਗੀ ਆਂਚ ਪਹਿਲਾਂ ਸਾਡੇ ਤੋਂ ਆਵੇਗੀ। ਮਤਲਬ ਕੋਈ ਸਾਨੂੰ ਵੰਡ ਨਹੀਂ ਸਕਦਾ, ਇਹ ਹਰਿਆਣਾ ਦੇ ਜਾਂ ਪੰਜਾਬ ਦੇ ਨਹੀਂ। ਕਿਸਾਨ ਆਪਾਂ ਇੱਕ ਦੂਜੇ ਦੇ ਬਿਹਤਰ ਸਮਝਦੇ ਹਾਂ, ਚੰਗੀ ਤਰ੍ਹਾਂ ਸਮਝਦੇ ਇੱਕ ਦੂਜੇ ਦਾ ਦਰਦ। ਆਪਾਂ ਕਿੰਨੀ ਉਮਰ ਹੋ ਗਈ ਜੀ ਤੁਹਾਡੀ? ਹੋ ਗਈ ਬਾਈ 45 ਸਾਲ ਹੋ ਗਏ। ਤੇ ਘਰ ਦੇ ਵਿੱਚ ਕੌਣ ਕੌਣ ਨੇ ਜੀ? 2 ਬੱਚੇ ਆ ਜੀ, ਮਾਂ ਹੈ, ਬ੍ਰਦਰ ਹੈ 2। ਤੇ ਬੱਚਿਆਂ ਦਾ ਹੁਣ ਇੱਥੋਂ, ਕਿਉਂਕਿ ਬਾਪ ਨੂੰ ਬੱਚੇ ਪਿਆਰੇ ਹੁੰਦੇ ਨੇ, ਮਾਂ ਨੂੰ ਵੀ ਪਿਆਰੇ ਹੁੰਦੇ ਨੇ, ਤੁਸੀਂ ਇੱਥੇ ਹੋ, ਫਿਰ ਪਿੱਛੇ ਬੱਚਿਆਂ ਦੀ ਯਾਦ ਤਾਂ ਨਹੀਂ ਆਉਂਦੀ ਭਾਜੀ? ਜਾਂ ਉਹਨਾਂ ਨੂੰ ਤੁਹਾਡੀ ਯਾਦ ਫੋਨ ਕਰਦੇ ਹੁਣ ਵੀ ਹਾਂਜੀ ਪਾਪਾ ਕਿਵੇਂ ਆ ਹੁਣ, ਜਾਂ ਤੁਹਾਡੇ ਮਿਸਿਸ, ਤੁਹਾਡੇ ਪਿਤਾ ਜੀ ਤੁਹਾਨੂੰ ਫੋਨ ਕਰਦੇ ਹੋਣ? ਹੁੰਦੀ, ਆਪਣੀ ਫੋਨ ਤੇ ਗੱਲ ਹੁੰਦੀ ਰਹਿੰਦੀ ਹੈ। ਚਿੰਤਾ ਤਾਂ ਨਹੀਂ ਆ ਕਰ ਰਹੇ ਜ਼ਿਆਦਾ ਬੱਚੇ ਵੀ ਡੈਡੀ ਗਿਆ ਹੋਇਆ, ਪਤਾ ਨਹੀਂ ਕੀ ਬਣਨਾ? ਨਹੀਂ ਕਰਦੇ ਆ, ਥੋੜਾ ਸਮਝਾਉਣਾ ਪੈਂਦਾ ਬੱਚਿਆਂ ਨੂੰ, ਸਮਝ ਜਾਂਦੇ। ਮਤਲਬ ਬੱਚੇ ਅੱਜ ਦੇ ਸਮਝਦਾਰ ਆ। ਕਿੰਨੀ ਕੁ ਉਮਰ ਦੇ ਆ ਜੀ ਬੱਚੇ? ਬੱਚੇ ਆ ਜੀ, ਇੱਕ 13 ਸਾਲ ਦਾ, ਇੱਕ 12 ਸਾਲ ਦਾ ਜੀ। ਬੇਟੇ ਆ ਜੀ? ਇੱਕ ਬੇਟਾ, ਇੱਕ ਬੇਟੀ ਆ ਜੀ। ਬਿਲਕੁਲ, ਬੇਟੀ ਜ਼ਿਆਦਾ ਕਰਦੀ ਹੋਗੀ ਕਿਉਂਕਿ ਬੇਟੀ ਨੂੰ ਮੋਹ ਬਹੁਤ ਹੁੰਦਾ। ਹਾਂ, ਬਹੁਤ ਕਰਦੇ ਆ ਜੀ। ਹਾਂਜੀ। ਇਸ ਲੜਾਈ ਨੂੰ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ, ਕਿਉਂਕਿ ਇਸ ਦੇ ਵਿੱਚ ਘੁਸਪੈਠ ਹੋਈ ਹੈ। ਬਹੁਤ ਸਾਰੇ ਜਿਹੜੇ ਕਿਸਾਨ ਭਰਾ ਨੇ ਜਾਂ ਉਹਨਾਂ ਦੀਆਂ ਟਰਾਲੀਆਂ ਦੇ ਵਿੱਚ ਸੂਏ ਮਾਰੇ ਗਏ ਨੇ। ਤੇ ਭਾਜੀ ਪਤਾ ਲੱਗਿਆ ਕਹਿੰਦੇ ਜਿਨ੍ਹਾਂ ਨੇ ਸੂਏ ਮਾਰੇ ਆ ਜੀ, ਹੱਥ ਦੇ ਵਿੱਚ ਜਥੇਬੰਦੀ ਦਾ ਝੰਡਾ ਫੜ ਕੇ, ਫਿਰ ਧੂਆਂ ਜਿਹਾ ਕਰਕੇ, ਗੈਸ ਵਾਲਾ ਗੋਲਾ ਜਿਹਾ ਮਾਰ ਕੇ ਉੱਥੇ ਫਿਰ ਸੂਏ ਮਾਰੇ ਗਏ ਆ ਜੀ। ਮਤਲਬ ਕਿ ਘੁਸਪੈਠ ਹੋਈ ਹੈ ਕਹਿੰਦੇ। ਹੋਈ ਜੀ, ਕਈ ਜਗ੍ਹਾ ਹੋਈ ਜੀ ਇੱਦਾਂ ਦੀ ਗੱਲ। ਹਾਂਜੀ, ਮਤਲਬ ਕਿ ਜ਼ੋਰ ਲੱਗਿਆ ਹੋਇਆ ਸਰਕਾਰ ਦਾ, ਪੂਰਾ ਜ਼ੋਰ ਲੱਗਿਆ ਹੋਇਆ ਜੀ ਸਰਕਾਰ ਦਾ। कहते हैं जी, कहा भी ये 2 गुजराती डॉक्टर चले थे, कहा ये कांग्रेस का इलाज करना आए थे। इन पर तो कांग्रेस का इलाज जैसा कैसा होया नहीं होया। बाकी हरियाणा पंजाब वाले किसान आए हैं, अपना हक लेन आए हैं। इन 2 डॉक्टर का इलाज अच्छी तरह करके जाएंगे। ਹੌਸਲੇ ਬੁਲੰਦ ਨੇ ਪੂਰੀ ਤਰ੍ਹਾਂ ਦੇ ਨਾਲ। ਤੇ ਇਹ ਲੜਾਈ ਕੇਂਦਰ ਦੇ ਨਾਲ ਆ, ਇਹ ਲੜਾਈ ਹਰਿਆਣਾ ਤੇ ਪੰਜਾਬੀਆਂ ਦੀ ਨਹੀਂ ਹੈ। ਤੇ ਅਸੀਂ ਨਾ ਹੁਣੇ ਲੇਟ ਹੋ ਗਏ ਜੀ, 11:30 ਹੋ ਗਏ ਸੀ, ਹੁਣ ਅੱਧੀ ਰਾਤ ਹੋ ਗਈ ਹੈ, 12:15 ਹੋ ਗਿਆ। ਲੰਗਰ ਛਕਣ ਗਏ ਸੀਗੇ, ਸਾਰੇ ਢਾਬੇ ਬੰਦ ਨੇ ਜੀ ਇੱਥੇ। ਤੇ ਅਸੀਂ ਰਸਤਾ ਪੁੱਛਿਆ, ਇੱਕ ਰੈਸਟੋਰੈਂਟ ਉਹ ਸੀਗਾ, ਮਤਲਬ ਕਿ ਪੈਲੇਸ ਸੀਗਾ, ਵਿਆਹ ਹੋ ਰਿਹਾ ਉੱਥੇ। ਅਸੀਂ ਉਹਨਾਂ ਭਰਾਵਾਂ ਨੂੰ ਕਿਹਾ ਬਈ ਅਸੀਂ ਜੀ ਮੀਡੀਆ ਤੋਂ ਕਵਰ ਕਰਨ ਆਏ ਵੇ ਆ ਕਿਸਾਨੀ ਅੰਦੋਲਨ ਨੂੰ, ਸਾਨੂੰ ਕੋਈ ਢਾਬਾ ਨਹੀਂ ਮਿਲ ਰਿਹਾ, ਰਸਤਾ ਦੱਸਿਓ। ਤੇ ਉਹਨਾਂ ਨੇ ਕਿਹਾ ਵੀ ਨਹੀਂ, ਢਾਬੇ ਤੇ ਨਹੀਂ ਜਾਣਾ, ਕਿਸੇ ਰੈਸਟੋਰੈਂਟ ਤੇ ਨਹੀਂ ਜਾਣਾ, ਤੁਸੀਂ ਵਿਆਹ ਦੇ ਵਿੱਚ, ਸਾਡੇ ਵੱਡੇ ਵੀਰ ਦਾ ਵਿਆਹ ਏ, ਤੇ ਤੁਸੀਂ ਇੱਥੇ ਲੰਗਰ ਛਕਣਾ ਹੈ। ਤੇ ਅਸੀਂ ਹੁਣ ਲੰਗਰ ਉੱਥੇ ਵਿਆਹ ਦੇ ਵਿੱਚ ਛਕ ਕੇ ਆਏ ਆ। ਸੋ ਅਸੀਂ ਉਹਨਾਂ ਭਰਾਵਾਂ ਦੇ ਵੀ ਧੰਨਵਾਦੀ ਆ, ਹਰਿਆਣਾ ਵਾਲਿਆਂ ਦੇ, ਬਈ ਜਿਨ੍ਹਾਂ ਨੇ ਸਾਨੂੰ ਵੀ ਮਾਣ ਬਖਸ਼ਿਆ। ਤੇ ਅਸੀਂ ਜਦੋਂ ਵੀ ਸਾਡੀ ਲੋੜ ਪਊਗੀ ਹਰਿਆਣੇ ਨੂੰ, ਤਾਂ ਅਸੀਂ ਵੀ ਹਿੱਕਾਂ ਠੋਕ ਕੇ ਨਾਲ ਬੈਠੇ ਹਾਂ। ਅਸੀਂ ਬੇਸ਼ੱਕ, ਮੈਂ ਪੱਤਰਕਾਰ ਹਾਂ, ਪਰ ਮੈਂ ਵੀ ਇੱਕ ਕਿਸਾਨ ਦਾ ਪੁੱਤ ਹਾਂ। ਮੈਂ ਜਿੱਥੇ ਪੱਤਰਕਾਰੀ ਦੇ ਫਰਜ਼ ਨਿਭਾ ਰਿਹਾ, ਉੱਥੇ ਮੈਂ ਆਪਣੇ ਭਰਾਵਾਂ ਦੇ ਨਾਲ ਵੀ ਡਟ ਕੇ ਜਿਹੜਾ ਹੈਗਾ ਉਹਨਾਂ ਦਾ ਸਾਥ ਦਿੰਦੇ ਹਾਂ ਅਸੀਂ ਕੈਮਰੇ 'ਤੇ। ਕਿਉਂਕਿ ਜੇ ਗੱਲ ਸੱਚੀ ਹੈ, ਗੱਲ ਚੰਗੀ ਹੈ, ਸਮਾਜ ਦੇ ਪੱਖ ਦੀ ਹੈ, ਤਾਂ ਅਸੀਂ ਸਿੱਧੇ ਤੌਰ 'ਤੇ ਕਰਦੇ ਹਾਂ। ਤੇ ਬਾਈ ਜੀ, ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਕਰਮਜੀਤ ਸਿੰਘ ਹੈ ਜੀ, ਜ਼ਿਲ੍ਹਾ ਅੰਬਾਲਾ, ਪਿੰਡ ਬਡੋਗ ਤੇ ਜੀ।
ਖੇਤੀ ਕਰਦੇ ਹੋ? ਹਾਂਜੀ ਕਿਸਾਨ ਦੇ ਮੈਂ ਨੌਕਰੀ ਕਰਕੇ ਆਇਆ ਵਾ, ਵੈਸੇ ਕਿਸਾਨ ਦਾ ਮੁੰਡਾ ਹੀ ਆ, ਹੁਣ ਖੇਤੀ ਕਰਦੇ ਆ ਜੀ। ਕਿਹੜੀ ਨੌਕਰੀ ਜੀ? ਮੈਂ ਸੀਆਰਪੀ ਤੋਂ ਰਿਟਾਇਰ ਹਾਂ ਜੀ। ਸੀਆਰਪੀ ਤੋਂ ਰਿਟਾਇਰ ਹੋ ਤੇ ਕਿਹਾ ਇਹ ਜਾ ਰਿਹਾ ਕਹਿੰਦੇ ਜੀ ਹੁਣ ਫੌਜ ਵੀ ਲਾ ਦੇਣੀ ਜੀ ਇਹਨਾਂ ਨੇ ਕਿਸਾਨਾਂ ਦੇ ਉੱਤੇ। ਕੋਈ ਨਹੀਂ ਜੀ, ਫੌਜ ਵੀ ਆਪਣੇ ਭਾਈ ਹੈ, ਆਪਾਂ ਫੌਜ ਦੀ ਨੌਕਰੀ ਕਰਕੇ ਆਏ ਆ, ਪਰ ਜਿਹੜਾ ਇਹ ਗਲਤ ਹੋ ਰਿਹਾ ਇਹ ਗਲਤ ਹੈ ਜੀ। ਹੁਣ ਭਾਜੀ ਜਦੋਂ ਤੁਸੀਂ ਫੌਜ ਦੀ ਨੌਕਰੀ ਦੇ ਵਿੱਚ ਸੀਗੇ, ਜੇ ਅਜਿਹੇ ਹੁਕਮ ਹੋ ਜਾਣ ਵੀ ਆ ਇਸ ਤਰ੍ਹਾਂ ਕਰਨਾ ਹੈ, ਇੱਥੇ ਲੱਗ ਜਾਓ, ਡਿਊਟੀਆਂ ਲਾ ਦਿਓ, ਜੇ ਸਖਤੀ ਵੀ ਕਰ ਦਿਓ, ਜੇ ਇਸ ਤਰ੍ਹਾਂ ਹੋ ਗਿਆ, ਪਰ ਤੁਹਾਨੂੰ ਪਤਾ ਹੋਵੇ ਫੌਜ ਨੂੰ ਵੀ ਨਹੀਂ ਯਾਰ ਸਰਕਾਰ ਨੇ ਜੋ ਹੁਕਮ ਦਿੱਤੇ ਆ ਦੇ ਦਿੱਤੇ, ਪਰ ਹੋ ਤਾਂ ਧੱਕਾ ਰਿਹਾ, ਤਾਂ ਉਦੋਂ ਮਨ ਦੇ ਵਿੱਚ ਕੀ ਆਉਂਦਾ ਸੀ ਤੁਹਾਡੇ, ਤੇ ਹੁਣ ਫੌਜੀ ਭਰਾਵਾਂ ਦੇ ਮਨ ਦੇ ਵਿੱਚ ਮਤਲਬ ਕਿ ਉਵੇਂ ਕੀ ਆਊਗਾ? ਦੇਖੋ ਜੀ, ਫੌਜੀ ਵੀ ਕੋਈ ਜ਼ਬਰਦਸਤੀ ਨਹੀਂ ਕਰਨਾ ਚਾਹੁੰਦਾ, ਐਸਾ ਕੁਝ ਨਹੀਂ। ਜਿਸ ਤਰ੍ਹਾਂ ਆਪਾਂ ਸ਼ਾਂਤੀਪੂਰਵਕ ਅੰਦੋਲਨ ਕਰ ਰਹੇ ਹਾਂ, ਇਸ ਤਰ੍ਹਾਂ ਫੌਜੀ ਜਲਦੀ ਉਹਨਾਂ ਨੂੰ ਪਤਾ ਹੈ। ਪਹਿਲੀ ਬਾਤ ਤੇ ਕੋਈ ਵੀ ਪੈਰਾ ਮਿਲਟਰੀ ਹੈ, ਮਿਲਟਰੀ ਬੰਦਾ ਅੰਦਰ ਦੇ ਮਾਮਲਿਆਂ 'ਚ ਇਤਨੀ ਜਲਦੀ ਦਖਲ ਨਹੀਂ ਦਿੰਦਾ। ਤੇ ਇਹ ਤੇ ਆਲ ਆਪਣੇ ਇੰਡੀਆ ਮਤਲਬ ਭਾਰਤ ਕਿਸਾਨਾਂ ਦਾ, ਪੂਰੇ ਭਾਰਤ ਦੇ ਕਿਸਾਨਾਂ ਦੇ ਵਾਸਤੇ ਹੀ ਕਰ ਰਹੇ ਆ ਬੰਦੇ। ਜ਼ਿਆਦਾਤਰ ਹਰਿਆਣਾ ਪੰਜਾਬ ਨੇ ਜ਼ੋਰ ਚੱਕਿਆ, ਹੁਣ ਪੂਰੇ MP ਰਾਜਸਥਾਨ UP ਜੇ ਸਾਰੇ ਰਲ ਕੇ ਕਰਨਗੇ ਤਾਂ ਸਾਰਿਆਂ ਦੇ ਹੱਕ 'ਚ ਹੀ ਫੈਸਲਾ ਸਹੀ ਜਾਏਗਾ। ਜੇ ਨਹੀਂ ਕਰਨਗੇ ਫਿਰ ਸਾਰਿਆਂ ਨੇ ਦਿਹਾੜੀ ਕਰਨੀ ਹੈ। ਜੇ ਸਾਰੀ ਦੁਨੀਆ ਦਾ ਪੇਟ ਭਰਨ ਵਾਲਾ ਹੀ ਭੁੱਖਾ ਰਹੇਗਾ ਫਿਰ ਲੋਕਾਂ ਦੀ ਮਰਜ਼ੀ ਹੈ। ਹੁਣ ਬਾਕੀ ਮਤਲਬ ਪਬਲਿਕ ਸਪੋਰਟ ਕਰ ਰਹੀ ਹੈ, ਐਸੀ ਬਾਤ ਨਹੀਂ ਹੈ। ਅੰਬਾਲੇ ਤੋਂ ਰੈਲੀ ਚੱਲੀ ਆ, ਲੋਕਾਂ ਨੇ ਖਾਣ ਪੀਣ ਦਾ ਹਰ ਚੀਜ਼ ਦਾ, ਆਪਣਾ ਕਾਰ ਸੇਵਾ ਵਾਲਿਆਂ ਨੇ ਰੋਟੀ ਪਾਣੀ ਦੀ ਕੋਈ ਦਿੱਕਤ ਨਹੀਂ। ਅੱਗੇ ਆਪਣੇ ਪੰਜਾਬ ਤੋਂ ਜਿਹੜੀ ਚੱਲ ਗਏ ਜਥੇਬੰਦੀਆਂ ਆਈਆਂ ਵੀਰ, ਉਹਨਾਂ ਵਾਸਤੇ ਵੀ ਸਾਡੇ ਵੱਲੋਂ ਪੂਰੀ ਸੇਵਾ ਹੈ ਜੀ ਜਾਨ ਤੇ। ਅੱਗੇ ਆਪਾਂ ਖੜੇ ਹਾਂ, ਪਿੱਛੇ ਨੂੰ ਕੋਈ ਦਿੱਕਤ ਨਹੀਂ। ਪਹਿਲਾਂ ਗੋਲੀ ਸਾਡੇ ਵੱਜੇਗੀ ਫਿਰ ਅਗਾਂਹ ਜਾਏਗੀ। ਹਰਿਆਣਾ ਦੇ ਭਰਾ ਪੰਜਾਬੀਆਂ ਦੇ ਲਈ ਛਾਤੀਆਂ ਢਾ ਕੇ ਬੈਠੇ ਨੇ, ਬਸ ਵਾਅਦਾ ਇੱਕੋ ਲੈ ਰਹੇ ਨੇ ਵੀ ਬਈ ਹੁਣ ਪਿਛਾਂਹ ਨਾ ਹਟਿਓ। ਜਥੇਬੰਦੀਆਂ ਦੇ ਜਿੰਨੇ ਵੀ ਪ੍ਰਧਾਨ ਨੇ ਤਾਂ ਇਹ ਮੋਰਚਾ ਫਤਿਹ ਕਰਕੇ ਹੀ ਵਾਪਸ ਆਇਓ। ਬਾਕੀ ਇਹਨਾਂ ਦਾ ਵੀ ਇਹੀ ਕਹਿਣਾ ਹੈ, ਪਹਿਲਾਂ ਵੀ ਵੀਰ ਮਿਲੇ ਸੀ, ਉਹ ਵੀ ਇਹੀ ਕਹਿੰਦੇ ਸੀ ਵੀ ਬਸ ਪਿਛਾਂਹ ਨਾ ਮੁੜਿਓ, ਅਸੀਂ ਡਟ ਕੇ ਖੜੇ ਹਾਂ। ਕਿਸੇ ਵੀ ਤਰ੍ਹਾਂ ਦੀ ਲੋੜ ਹੈ ਤਾਂ ਹਰਿਆਣਾ ਮੋਹਰੇ ਹੋ ਕੇ ਤੁਹਾਡੀ ਹੈਲਪ ਕਰੂਗਾ, ਸਹਿਯੋਗ ਦੇਊਗਾ। ਤੇ ਅਸੀਂ ਉਮੀਦ ਵੀ ਕਰਦੇ ਹਾਂ ਬਈ ਜਿਹੜਾ ਇਹ ਇੱਕ ਕਦਮ ਪੁੱਟਿਆ ਤਾਂ ਇਹ ਕਦਮ ਹੁਣ ਮੰਜ਼ਿਲ ਤੱਕ ਪਹੁੰਚੇ। ਇਹ ਇੱਕ ਇੱਕ ਕਰਕੇ ਕਦਮ ਜਿਹੜੇ ਮੰਜ਼ਿਲ ਤੱਕ ਪਹੁੰਚਣ ਤੇ ਉੱਥੋਂ ਫਿਰ ਜਿਹੜਾ ਮੋਰਚਾ ਹੈਗਾ ਉਹ ਫਤਿਹ ਕਰਕੇ ਹੀ ਵਾਪਸ ਪਰਤਣ। ਸੱਜਣ ਸਿੰਘ ਸੈਣੀ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਹਰਿਆਣਾ।